हेलो एवरीवन, मोस्ट वेलकम टू योर ऑन चैनल राइट ऑन। ਜਿਹੜੇ ਵੀ ਸਟੂਡੈਂਟਸ ਮੈਥ ਮਾਸਟਰ ਕੈਡਰ ਦੀ ਤਿਆਰੀ ਕਰ ਰਹੇ ਨੇ ਜਾਂ ਕਰਨਾ ਚਾਹੁੰਦੇ ਨੇ ਉਹ ਬਹੁਤ ਹੀ ਈਜ਼ੀਲੀ ਇਸ ਚੈਨਲ ਤੋਂ ਆਪਣੀ ਤਿਆਰੀ ਕਰ ਸਕਦੇ ਨੇ। ਪੂਰਾ ਸਿਲੇਬਸ ਆਪਾਂ ਇੱਥੇ ਕਵਰ ਕਰ ਰਹੇ ਹਾਂ, ਠੀਕ ਹੈ ਜੀ। ਅੱਜ ਆਪਾਂ ਨਿਊ ਚੈਪਟਰ ਨੂੰ ਸਟਾਰਟ ਕਰਨਾ ਹੈ, ਦੈਟ ਇਜ਼ ਚੈਪਟਰ ਨੰਬਰ 17। ਉਸ ਤੋਂ ਪਹਿਲਾਂ 16 ਚੈਪਟਰ ਆਪਣੇ ਕਵਰ ਅਪ ਹੋ ਚੁੱਕੇ ਨੇ, ਠੀਕ ਹੈ। ਔਰ ਇਹ ਚੈਪਟਰ ਜੋ ਹੈ ਪ੍ਰੋਬੇਬਿਲਿਟੀ ਸਿੰਪਲ ਹੈ, ਈਜ਼ੀ ਹੈ, ਛੋਟਾ ਹੈ, ਬਹੁਤ ਹੀ ਵਧੀਆ ਤਰੀਕੇ ਨਾਲ ਇਸ ਨੂੰ ਸਮਝਿਆ ਜਾ ਸਕਦਾ ਹੈ। ਕਾਫੀ ਕੁਐਸਚਨ ਵੀ ਇਸ ਦੇ ਵਿੱਚ ਕਵਰ ਅਪ ਹੁੰਦੇ ਨੇ। ਸੋ ਆਪਾਂ ਕਹਿੰਦੇ ਆ ਕਿ ਆਪਾਂ 10th ਕਲਾਸ ਤੋਂ ਪ੍ਰੋਬੇਬਿਲਿਟੀ ਨੂੰ ਸ਼ੁਰੂ ਕਰ ਦਿੰਦੇ ਆ। ਇਹਦੇ ਵਿੱਚ ਤੁਹਾਨੂੰ ਬੇਸਿਕ ਤੋਂ ਲੈ ਕੇ ਕਿਤੇ ਨਾ ਕਿਤੇ ਕੁਝ ਗ੍ਰੈਜੂਏਸ਼ਨ ਦੇ ਵੀ ਟੌਪਿਕਸ ਨੇ ਥੋੜੇ ਬਹੁਤ, ਹਨਾ, ਜਿਵੇਂ ਕਿ ਡਿਸਕ੍ਰੀਟ ਹੋ ਗਿਆ ਜਾਂ ਨੋਰਮਲ, ਉਹ ਸਾਰਾ ਕੁਝ ਆਪਾਂ ਪੜਾਂਗੇ ਡਿਟੇਲ ਦੇ ਵਿੱਚ। ਅੱਜ ਦਾ ਇਹ ਜੋ ਵੀਡੀਓ ਹੈ ਇਸ ਦੇ ਵਿੱਚ ਆਪਾਂ ਬੇਸਿਕ ਤੋਂ ਸਟਾਰਟ ਕਰਾਂਗੇ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਤਾਂ ਬੇਸਿਕ ਡਿਸਕਸ ਕਰਾਂਗੇ ਕਿ ਜਿਨ੍ਹਾਂ ਦਾ ਕਾਫੀ ਟਾਈਮ ਤੋਂ ਨਹੀਂ ਲਿੰਕ ਰਿਹਾ, ਹਨਾ, ਮੈਥ ਦੇ ਨਾਲ, ਤਾਂ ਉਹ ਥੋੜਾ ਜਿਹਾ ਆਪਣੇ ਆਪ ਨੂੰ ਥੋੜਾ ਰਿਲੇਟ ਕਰ ਸਕਣ, ਟੌਪਿਕਸ ਉਹਨਾਂ ਦੇ ਥੋੜੇ ਰਿਵਾਈਜ਼ ਹੋ ਸਕਣ, ਠੀਕ ਹੈ। ਸੋ ਇਹ ਵੀਡੀਓ ਬੇਸਿਕ ਦੇ ਲਈ ਰਹੇਗੀ। ਆਈ ਵਿਲ ਟਰਾਈ ਕਿ ਅੱਜ ਦੇ ਵਿੱਚ ਮੈਂ ਤੁਹਾਡੇ ਲਈ ਪ੍ਰੋਬੇਬਿਲਿਟੀ ਦੀਆਂ ਸਾਰੀਆਂ ਹੀ ਵੀਡੀਓਜ਼ ਨੇ ਜੋ ਅਪਲੋਡ ਕਰਦਾ, ਕਿਉਂਕਿ ਜ਼ਿਆਦਾ ਲੈਂਦੀ ਟੌਪਿਕ ਇਹ ਹੈ ਨਹੀਂ ਹੈ, ਠੀਕ ਹੈ। ਤਾਂ ਜੇ ਆਪਾਂ ਸਾਰੀਆਂ ਕਵਰ ਅਪ ਕਰਾਂਗੇ। ਸਟਾਰਟ ਕਰਨ ਤੋਂ ਪਹਿਲਾਂ ਇੱਕ ਵਾਰੀ ਪਲੀਜ਼ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਐਂਡ ਸਬਸਕ੍ਰਾਈਬ ਕਰ ਦਿਓ, ਠੀਕ ਹੈ ਜੀ। ਤਾਂ ਬਿਨਾਂ ਟਾਈਮ ਵੇਸਟ ਕੀਤੇ ਸ਼ੁਰੂ ਕਰਦੇ ਹਾਂ। ਟੌਪਿਕ ਵਿਚ ਇਜ਼ ਪ੍ਰੋਬੇਬਿਲਿਟੀ, ਚੈਪਟਰ ਨੰਬਰ 17। ਇਹ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰ ਰਹੇ ਇੰਟਰੋਡਕਸ਼ਨ ਕਿ ਪ੍ਰੋਬੇਬਿਲਿਟੀ ਹੈ ਕੀ। ਇੰਟਰੋਡਕਸ਼ਨ ਤੋਂ ਆਪਾਂ ਨੂੰ ਇੱਕ ਚੀਜ਼ ਤਾਂ ਪਤਾ ਲੱਗ ਜਾਂਦੀ ਹੈ ਕਿ ਆਪਾਂ ਇਹਦੇ ਬਾਰੇ ਸਮਝਾਂਗੇ ਕਿ ਪ੍ਰੋਬੇਬਿਲਿਟੀ ਕੀ ਹੈ, ਕਿੱਥੇ ਇਹ ਯੂਜ਼ ਹੁੰਦੀ ਹੈ, ਸਾਰਾ ਕੁਝ। ਦੇਖੋ, ਮੈਂ ਜਸਟ ਬੋਲ ਰਹੀ ਹਾਂ, ਇਹਦੇ ਵਿੱਚ ਮੈਨੂੰ ਲੱਗਦਾ ਕੁਝ ਨੋਟ ਕਰਨ ਵਾਲਾ ਹੋਊਗਾ। ਬੇਸਿਕ ਦੀਆਂ ਗੱਲਾਂ ਸਾਰੀਆਂ ਤੁਸੀਂ ਰੀਅਲ ਲਾਈਫ ਦੇ ਵਿੱਚ ਦੇਖਦੇ ਹੋ। ਰੀਅਲ ਲਾਈਫ ਦੇ ਵਿੱਚ ਨਾ ਹਰ ਇੱਕ ਚੀਜ਼ ਦੀ ਕੋਈ ਨਾ ਕੋਈ ਚਾਂਸਸ ਹੁੰਦੇ ਨੇ। ਜਿਵੇਂ ਕਿ ਆਪਾਂ ਚਲੋ ਆਪਣੇ ਤੇ ਹੀ ਲੈ ਲੈਂਦੇ ਹਾਂ ਕਿ ਹਾਂਜੀ ਅੱਜ ਮੌਸਮ ਠੀਕ ਹੈ, ਮੌਸਮ ਸਾਫ਼ ਹੈ। ਜਿੱਥੇ ਤੁਹਾਨੂੰ ਲੱਗਦਾ ਹੈ ਕਿ ਹਾਂਜੀ ਅੱਜ ਬੱਦਲ ਨੇ ਥੋੜੇ ਬਹੁਤ, ਤਾਂ ਆਪਾਂ ਕਹਿੰਦੇ ਅੱਜ ਬਾਰਿਸ਼ ਹੋ ਸਕਦੀ ਹੈ। ਆਪਾਂ ਇਹ ਨਹੀਂ ਕਹਿੰਦੇ ਕਿ ਡੈਫੀਨੇਟਲੀ ਹੋਏਗੀ ਜਾਂ ਡੈਫੀਨੇਟਲੀ ਨਹੀਂ ਹੋਏਗੀ, ਹੋ ਸਕਦੀ ਹੈ। ਤਾਂ ਜਾਂ ਦੋ ਚੀਜ਼ਾਂ ਬਣ ਜਾਂਦੀਆਂ ਨੇ, ਜਾਂ ਤਾਂ ਬਾਰਿਸ਼ ਹੋਏਗੀ ਜਾਂ ਬਾਰਿਸ਼ ਨਹੀਂ ਹੋਏਗੀ, ਠੀਕ ਹੈ। ਤੇ ਜਿਵੇਂ ਕਿ ਆਪਾਂ ਆਪਣੇ ਐਗਜ਼ਾਮ ਦੀ ਤਿਆਰੀ ਕਰ ਰਹੇ ਹਾਂ ਮੈਥ ਮਾਸਟਰ ਕੈਡਰ ਦੀ, ਆਪਾਂ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੀ ਤਿਆਰੀ ਕਰ ਰਹੇ ਹਾਂ। ਬਟ ਇਨ ਦਾ ਫਿਊਚਰ ਦੇयर ਆਰ 2 ਚਾਂਸਸ ਕਿ ਆਪਾਂ ਕਰੈਕਟ ਕਰ ਸਕਦੇ ਹਾਂ ਜਾਂ ਆਪਾਂ ਕਰੈਕਟ ਨਹੀਂ ਕਰ ਸਕਦੇ। ਤਾਂ ਹਰ ਇੱਕ ਚੀਜ਼ ਦੀ ਪ੍ਰੋਬੇਬਿਲਿਟੀ ਹੈ ਕਿ ਉਹ ਕੰਮ ਹੋ ਸਕਦਾ ਹੈ ਜਾਂ ਉਹ ਕੰਮ ਨਹੀਂ ਹੋ ਸਕਦਾ, ਠੀਕ ਹੈ। ਤੁਸੀਂ ਕਿਸੇ ਕੋਇਨ ਨੂੰ ਟੋਸ ਕਰਦੇ ਹੋ, ਕਿਸੇ ਕੋਇਨ ਨੂੰ ਟੋਸ ਕਰੋਗੇ ਤਾਂ ਉੱਥੇ ਤੁਹਾਡੇ ਕੋਲ 2 ਚਾਂਸਸ ਆ ਜਾਂਦੇ ਆ। ਜਾਂ ਤਾਂ ਤੁਹਾਡੇ ਕੋਲ ਕੀ ਆਏਗਾ ਜੀ, ਹੈਡ ਆਏਗਾ, ਜਾਂ ਤੁਹਾਡੇ ਕੋਲ ਕੀ ਆਏਗਾ, ਟੇਲ ਆਏਗਾ। ਤੁਸੀਂ ਲੂਡੋ ਖੇਡਦੇ ਹੋ, ਲੂਡੋ ਦੇ ਵਿੱਚ ਕੀ ਹੁੰਦਾ, ਤੁਸੀਂ ਡਾਈਸ ਨੂੰ ਰੋਲ ਕਰਦੇ ਹੋ, ਠੀਕ ਆ। ਉੱਥੇ 6 ਚੀਜ਼ਾਂ ਹੁੰਦੀਆਂ, 1 2 3 4 5 6 ਫੇਸਿਸ ਹੁੰਦੇ ਆ ਉਸਦੇ, ਤੇ ਕੋਈ ਵੀ ਇੱਕ ਫੇਸ ਉੱਪਰ ਆਏਗਾ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਕੀ ਬੋਲਦੇ ਆ, ਪ੍ਰੋਬੇਬਿਲਿਟੀ। ਪ੍ਰੋਬੇਬਿਲਿਟੀ ਆਪਾਂ ਇਹ ਕਹਿ ਸਕਦੇ ਕਿ ਜਦੋਂ ਕਿਸੇ ਚੀਜ਼ ਦੇ ਆਪਾਂ ਗੱਲ ਕਰ ਰਹੇ ਕਿ ਹਾਂਜੀ ਇੰਨੇ ਇਸ ਕੰਮ ਦੇ ਹੋਣ ਦੇ ਚਾਂਸ ਹੈਗੇ ਹੈ, ਡਾਊਟ ਹੁੰਦਾ ਕਿ ਇਹ ਕੰਮ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ, ਠੀਕ ਹੈ। ਤਾਂ ਆਪਾਂ ਇੱਕ ਵਰਡ ਯੂਜ਼ ਕਰਦੇ ਹਾਂ ਮੋਸਟ ਪ੍ਰੋਬੇਬਲੀ, ਹੈ ਨਾ, ਕਿ ਆਪਾਂ ਕਹਿੰਦੇ ਮੋਸਟ ਪ੍ਰੋਬੇਬਲੀ ਇੱਦਾਂ ਹੋ ਸਕਦਾ ਕਿ ਜ਼ਿਆਦਾਤਰ ਚਾਂਸਸ ਹੈਗੇ ਹੈ। ਤਾਂ ਉਹ ਸਾਰੀਆਂ ਚੀਜ਼ਾਂ ਆਪਣੇ ਕੋਲ ਕੀ ਕਹਿਲਾਉਂਦੀਆਂ ਨੇ, ਪ੍ਰੋਬੇਬਿਲਿਟੀ ਮਤਲਬ ਸੰਭਾਵਨਾ। ਸਿੰਪਲ, ਪ੍ਰੋਬੇਬਿਲਿਟੀ ਮਤਲਬ ਸੰਭਾਵਨਾ ਕਿ ਕਿਸੇ ਕੰਮ ਦੇ ਹੋਣ ਦੀ ਸੰਭਾਵਨਾ ਕਿੰਨੀ ਹੈ। ਹੁਣ ਬਾਰਿਸ਼ ਵਾਲਾ ਮੌਸਮ ਲਗਾ ਲਓ, ਬਾਰਿਸ਼ ਵਾਲੇ ਮੌਸਮ ਦੇ ਵਿੱਚ ਤੁਹਾਨੂੰ ਲੱਗ ਰਿਹਾ ਕਿ ਹਾਂਜੀ ਹਲਕੀ ਹਲਕੀ ਬਦਲਵਾਈ ਹੈਗੀ ਹੈ, ਬਟ ਇੰਨੀ ਜ਼ਿਆਦਾ ਨਹੀਂ ਹੈਗੀ ਕਿ ਆਪਾਂ 100% ਸ਼ੋਰ ਹੋ ਜਾਈਏ ਵੀ ਹਾਂਜੀ 100% ਬਾਰਿਸ਼ ਪਏਗੀ, ਬਟ ਚਾਂਸਸ ਹੈਗੇ ਆ ਵੀ ਪੈ ਸਕਦਾ। ਦੈਨ ਉਸ ਕੇਸ ਦੇ ਵਿੱਚ ਆਪਣੇ ਕੋਲ 2 ਚੀਜ਼ਾਂ ਬਣ ਜਾਂਦੀਆਂ, ਜਾਂ ਤਾਂ ਬਾਰਿਸ਼ ਹੋਏਗੀ ਜਾਂ ਬਾਰਿਸ਼ ਨਹੀਂ ਹੋਏਗੀ, ਠੀਕ ਹੈ। ਤਾਂ ਦੋਨਾਂ ਦੀ ਆਪਣੇ ਕੋਲ ਕੀ ਹੋ ਗਿਆ, ਦੋਨਾਂ ਦੇ ਵਿੱਚ ਜੇ ਤਾਂ ਤੁਸੀਂ 100% ਸ਼ੋਰ ਹੋ, ਜੇ ਤਾਂ ਤੁਸੀਂ 100% ਸ਼ੋਰ ਹੋ ਕਿ ਐਸਾ ਬੱਦਲ ਹੀ ਇੰਨੇ ਜ਼ਿਆਦਾ ਨੇ, ਉਹ ਤਾਂ ਦਿਖ ਹੀ ਰਿਹਾ ਕਿ ਮੀਂਹ ਪਏ ਬਿਨਾਂ ਹੋ ਹੀ ਨਹੀਂ ਸਕਦਾ, ਤਾਂ ਮੀਂਹ ਪਏਗਾ ਹੀ ਪਏਗਾ, ਤਾਂ ਤੁਸੀਂ ਕਹੋਗੇ ਇਹ ਕੰਮ ਡੈਫੀਨੇਟਲੀ ਹੋਏਗਾ। ਤਾਂ ਉਸ ਕੰਮ ਦੀ ਜੋ ਪ੍ਰੋਬੇਬਿਲਿਟੀ ਹੁੰਦੀ ਹੈ ਉਹਨੂੰ ਆਪਾਂ 1 ਬੋਲਦੇ ਹਾਂ। ਖੈਰ ਇਹ ਚੀਜ਼ ਆਪਾਂ ਅੱਗੇ ਡਿਸਕਸ ਕਰਾਂਗੇ। ਉਸ ਦੀ ਸ਼ੋਰਟੀ ਹੁੰਦੀ ਹੈ ਕਿ ਹਾਂਜੀ ਉਹ ਕੰਮ ਹੋਏਗਾ ਹੀ ਹੋਏਗਾ, ਠੀਕ ਹੈ। ਅਗਰ ਤੁਹਾਡੇ ਕੋਲ ਕੀ ਹੈ ਕਿ ਹਾਂਜੀ ਤੁਸੀਂ ਕਲੀਅਰ ਹੋ ਕਿ ਇਹ ਕੰਮ ਹੋ ਹੀ ਨਹੀਂ ਸਕਦਾ, ਤਾਂ ਉਸ ਨੂੰ ਆਪਾਂ ਕਹਿੰਦੇ ਹਾਂ ਇੰਪੋਸੀਬਲ ਇਵੈਂਟ। ਇਹ ਚੀਜ਼ਾਂ ਨੂੰ ਅੱਗੇ ਡਿਸਕਸ ਕਰਾਂਗੇ। ਤਾਂ ਜਸਟ ਇੰਟਰੋਡਕਸ਼ਨ ਸੀ ਕਿ ਪ੍ਰੋਬੇਬਿਲਿਟੀ ਹੈ ਕੀ, ਠੀਕ ਹੈ। ਹੁਣ ਅਗਰ ਪ੍ਰੋਬੇਬਿਲਿਟੀ ਤੋਂ ਬਾਅਦ ਆਪਾਂ ਡਿਸਕਸ ਕਰਦੇ ਹਾਂ ਕਿ ਕੁਝ ਟਰਮਸ ਨੇ ਜਿਹੜੀਆਂ ਕਿਹਦੇ ਨਾਲ ਰਿਲੇਟਡ ਨੇ, ਪ੍ਰੋਬੇਬਿਲਿਟੀ ਨਾਲ ਰਿਲੇਟਡ ਨੇ, ਠੀਕ ਹੈ। ਸਮ ਟਰਮਸ ਰਿਲੇਟਡ ਟੂ ਪ੍ਰੋਬੇਬਿਲਿਟੀ, ਠੀਕ ਹੈ ਜੀ। ਕੁਝ ਟਰਮਸ ਨੇ ਜਿਹੜੀਆਂ ਕਿ ਪ੍ਰੋਬੇਬਿਲਿਟੀ ਦੇ ਨਾਲ ਰਿਲੇਟਡ ਨੇ। ਦੇਖ ਲੈਂਦੇ ਹਾਂ ਕਿਹੜੀਆਂ ਟਰਮਸ ਨੇ, ਕੀ ਚੀਜ਼ ਹੈ। ਸਭ ਤੋਂ ਪਹਿਲਾਂ ਤਾਂ ਆਪਣੇ ਕੋਲ ਹੈ ਫਰਸਟ ਵਨ, ਐਕਸਪੈਰੀਮੈਂਟ। ਐਕਸਪੈਰੀਮੈਂਟ ਕੀ ਹੁੰਦਾ ਹੈ? ਐਕਸਪੈਰੀਮੈਂਟ ਆਪਾਂ ਨੂੰ ਪਹਿਲੀ ਗੱਲ ਤਾਂ ਐਕਸਪੈਰੀਮੈਂਟ ਆਪਾਂ ਕਹਿੰਦੇ ਆ ਨਾ ਕਿ ਜ਼ਿਆਦਾ ਐਕਸਪੈਰੀਮੈਂਟ ਨਾ ਕਰੋ, ਜੋ ਜਿੱਦਾਂ ਚੱਲਦਾ ਚੱਲਣ ਦਿਓ। ਜਾਂ ਫਿਰ ਨੋਰਮਲੀ ਆਪਾਂ ਗੱਲ ਕਰ ਲੈਂਦੇ ਹਾਂ ਕਿ ਸਾਇੰਸ ਜੋ ਹੈ ਐਕਸਪੈਰੀਮੈਂਟ ਕਰਦੀ ਹੈ, ਉਸ ਤੋਂ ਬਾਅਦ ਕੋਈ ਨਾ ਕੋਈ ਆਊਟਕਮ ਨਿਕਲ ਕੇ ਆਉਂਦੀ ਹੈ। ਕੋਈ ਇੱਦਾਂ ਦੀ ਚੀਜ਼ ਜਿਸ ਤੋਂ ਬਾਅਦ ਤੁਹਾਨੂੰ ਕੋਈ ਨਾ ਕੋਈ ਰਿਜ਼ਲਟ ਮਿਲੇਗਾ ਹੀ ਮਿਲੇਗਾ, ਕੋਈ ਨਾ ਕੋਈ ਡੈਫੀਨੇਟਲੀ ਕੋਈ ਨਾ ਕੋਈ ਆਊਟਕਮ ਜੋ ਹੈ ਉਹ ਆਏਗੀ ਹੀ ਆਏਗੀ। ਉਸ ਨੂੰ ਆਪਾਂ ਕੀ ਬੋਲਦੇ ਹਾਂ, ਐਕਸਪੈਰੀਮੈਂਟ ਬੋਲਦੇ ਹਾਂ। ਹੁਣ ਐਕਸਪੈਰੀਮੈਂਟ ਆਪਣੇ ਕੋਲ 2 ਟਾਈਪਸ ਦੇ ਹੁੰਦੇ ਆ। ਇੱਕ ਹੁੰਦਾ ਹੈ ਜੀ ਆਪਣੇ ਕੋਲ ਡਿਟਰਮਾਈਨਡ ਜਾਂ ਡਿਟਰਮਿਨਿਸਟਿਕ,
एक्सपेरिमेंट। दूसरा हुंदा है रैंडम। ਆਪਾਂ ਨੇ जो पढ़ना है दैट इज़ रैंडम, ठीक है, क्योंकि देखो फर्स्ट वन ਦੇ ਵਿੱਚ ਕੀ ਹੁੰਦਾ ਹੈ ਕਿ ਤੁਸੀਂ ਸ਼ੋਰ ਹੋ ਇਹ ਕੰਮ ਹੋਏਗਾ ਹੀ ਹੋਏਗਾ ਜਿਹਦੇ ਵਿੱਚ ਆਪਾਂ ਨੂੰ ਇੱਕ ਤਰੀਕੇ ਨਾਲ ਪਹਿਲਾਂ ਤੋਂ ਹੀ ਰਿਜ਼ਲਟ ਮਿਲਿਆ ਹੈ। ਫੋਰ ਐਗਜ਼ਾਮਪਲ ਤੁਹਾਡੇ ਹੱਥ ਦੇ ਵਿੱਚ ਕੋਈ ਪੈਨ ਹੈ, ਕੋਈ ਬੋਲ ਹੈ, ਕੋਈ ਕੁਝ ਵੀ ਹੈ, ਤੁਸੀਂ ਉਸ ਨੂੰ ਫੇਂਕੋਗੇ ਇਹਦੇ ਵਿੱਚ ਕੋਈ ਪ੍ਰੋਬੇਬਿਲਿਟੀ ਨਹੀਂ ਬਣਦੀ ਕਿ ਉਹ ਉੱਪਰ ਜਾਏਗਾ ਜਾਂ ਨੀਚੇ ਗਿਰੇਗਾ, ਕਿਉਂਕਿ ਇਹ ਆਲਰੇਡੀ ਪ੍ਰੂਵਡ ਹੈ ਕਿ ਬਿਕੋਜ਼ ਆਫ ਗ੍ਰੈਵਿਟੇਸ਼ਨਲ ਪਾਵਰ ਜੋ ਚੀਜ਼ਾਂ ਨੇ ਹਮੇਸ਼ਾ ਹੀ ਨੀਚੇ ਵੱਲ ਨੂੰ ਗਿਰਦੀਆਂ ਨੇ ਜੇਕਰ ਤੁਸੀਂ ਉਹਨਾਂ ਨੂੰ ਛੱਡ ਦਿੰਦੇ ਹੋ ਨੀਚੇ ਵੱਲ ਨੂੰ, ਠੀਕ ਹੈ। ਤਾਂ ਮਤਲਬ ਉਹ ਕੀ ਹੈ, ਤੁਸੀਂ ਬਿਲਕੁਲ ਇਸ ਤਰੀਕੇ ਨਾਲ ਫ੍ਰੀ ਹੋ ਕੇ ਉਸ ਨੂੰ ਛੱਡ ਦਿੱਤਾ ਤਾਂ ਉਹ ਨੀਚੇ ਹੀ ਗਿਰੇਗੀ। ਤਾਂ ਇੱਥੇ ਤੁਹਾਡੇ ਕੋਲ ਕੋਈ ਪ੍ਰੋਬੇਬਿਲਿਟੀ ਨਹੀਂ ਹੈ, ਤੁਸੀਂ 110% ਸ਼ੋਰ ਹੋ ਕਿ ਉਹ ਨੀਚੇ ਹੀ ਜਾਏਗਾ। ਤਾਂ ਇੱਦਾਂ ਦੇ ਜਿਹੜੇ ਐਕਸਪੈਰੀਮੈਂਟਸ ਹੁੰਦੇ ਨੇ ਉਹ ਸ਼ੋਰ ਹੁੰਦੇ ਨੇ, ਫਿਕਸ ਹੁੰਦੇ ਨੇ, ਇਹਦੇ ਵਿੱਚ ਕੋਈ ਪ੍ਰੋਬੇਬਿਲਿਟੀ ਨਹੀਂ ਹੁੰਦੀ, ਡਨ ਹੈ ਇਹ ਚੀਜ਼, ਠੀਕ ਹੈ। ਬਟ ਰੈਂਡਮ ਦੇ ਵਿੱਚ ਕੀ ਹੁੰਦਾ ਹੈ, ਰੈਂਡਮ ਐਕਸਪੈਰੀਮੈਂਟ ਆਪਾਂ ਜੋ ਆਪਣਾ ਸਿਲੇਬਸ ਦੇ ਵਿੱਚ ਕਵਰ ਹੁੰਦਾ ਹੈ ਦੈਟ ਇਜ਼ ਰੈਂਡਮ ਐਕਸਪੈਰੀਮੈਂਟ। ਇਸ ਨੂੰ ਆਪਾਂ ਡਿਟੇਲਸ ਪੜਾਂਗੇ। ਰੈਂਡਮ ਐਕਸਪੈਰੀਮੈਂਟ ਕਿਹੜੇ ਹੁੰਦੇ ਨੇ ਕਿ ਜਿਹੜੇ ਵੀ ਪੋਸੀਬਲ ਆਊਟਕਮਸ ਨੇ, ਹੁਣ ਉਹ ਇਹਦੇ ਵਿੱਚ ਕੀ ਹੈ, ਦੋ ਚੀਜ਼ਾਂ ਹੋ ਸਕਦੀਆਂ ਨੇ ਕਿ ਕੰਮ ਹੋ ਵੀ ਸਕਦਾ, ਕੰਮ ਨਹੀਂ ਵੀ ਹੋ ਸਕਦਾ। ਆਪਾਂ ਨੇ ਪ੍ਰੋਬੇਬਿਲਿਟੀ ਕੱਢਣੀ ਹੁੰਦੀ ਹੈ ਕਿ ਇਹ ਜਿਵੇਂ ਕਿ ਫੋਰ ਐਗਜ਼ਾਮਪਲ ਤੁਸੀਂ ਬਹੁਤ ਸਾਰੇ ਕੁਐਸਚਨ ਦੇਖੇ ਹੋਣੇ ਕਿ ਇੱਕ ਬੈਗ ਹੈ, ਬੈਗ ਦੇ ਵਿੱਚ ਬੋਲਸ ਨੇ, ਬੋਲਸ ਦੇ ਵਿੱਚੋਂ ਇੱਕ ਬੋਲ ਕੱਢੀ ਉਹ ਰੈੱਡ ਕਲਰ ਦੀ ਹੈ ਜਾਂ ਬਲੂ। ਹੁਣ ਉਹ ਰੈੱਡ ਵੀ ਹੋ ਸਕਦੀ ਹੈ, ਬਲੂ ਵੀ ਹੋ ਸਕਦੀ ਹੈ, ਕਿਉਂਕਿ ਦੋਨੋਂ ਕਲਰ ਦੀਆਂ ਬੋਲਸ ਬੈਗ ਦੇ ਵਿੱਚ ਹੈਗੀਆਂ ਨੇ। ਦੈਨ ਇਸ ਕੈਟੇਗਰੀ ਦੇ ਜਿਹੜੇ ਵੀ ਇਹ ਚੀਜ਼ਾਂ ਹੁੰਦੀਆਂ ਨੇ ਜਿਹਦੀ ਪ੍ਰੋਬੇਬਿਲਿਟੀ ਆਪਾਂ ਨੂੰ ਫਾਈਂਡ ਆਊਟ ਕਰਨੀ ਪਏਗੀ, ਉਹ ਆਪਣੇ ਕੋਲ ਕੀ ਹੁੰਦੇ ਨੇ ਜੀ, ਰੈਂਡਮ ਐਕਸਪੈਰੀਮੈਂਟ ਹੁੰਦੇ ਨੇ, ਠੀਕ ਹੈ। ਰੈਂਡਮ ਐਕਸਪੈਰੀਮੈਂਟ ਦੀ ਜੇਕਰ ਤੁਸੀਂ ਇੱਕ ਵਾਰੀ ਡੈਫੀਨੇਸ਼ਨ ਲਿਖਣਾ ਚਾਹੋ ਤਾਂ ਜ਼ਰੂਰ ਲਿਖ ਸਕਦੇ ਹੋ, रैंडम एक्सपेरिमेंट। बाकी एक बार समझना ही ज़्यादा जरूरी है, ठीक है, कि रैंडम एक्सपेरिमेंट की होंदा है। स्टिल एन एक्सपेरिमेंट इन विच all possible outcome are known and the exact outcome cannot be predicted। मतलब ਜਿਹੜੀ ਆਊਟਕਮ ਆਪਾਂ ਨੂੰ ਸ਼ੋਰ ਨਹੀਂ ਹੈਗੀ ਵੀ ਇਹ 100% ਹੋਏਗਾ ਜਾਂ 100% ਨਹੀਂ ਵੀ ਹੋਏਗਾ, ਆਪਾਂ ਉਸ ਨੂੰ ਪ੍ਰਿਡਿਕਟ ਨਹੀਂ ਕਰ ਪਾ ਰਹੇ, ਠੀਕ ਹੈ। ਤਾਂ ਉਹ ਨੂੰ ਆਪਣੇ ਕੋਲ ਪ੍ਰਿਡਿਕਟ ਇਨ ਐਡਵਾਂਸ ਤਾਂ ਉਹ ਆਪਣੇ ਕੋਲ ਕੀ ਹੁੰਦੀ ਹੈ ਜੀ, ਰੈਂਡਮ ਐਕਸਪੈਰੀਮੈਂਟ ਹੁੰਦਾ ਹੈ, ਠੀਕ ਹੈ, ਇਜ਼ ਕਾਲਡ ਰੈਂਡਮ ਐਕਸਪੈਰੀਮੈਂਟ। ਜਿਵੇਂ ਕਿ ਤੁਸੀਂ ਕੋਈ ਕੋਇਨ ਟੋਸ ਕੀਤਾ, ਤੁਹਾਨੂੰ ਨਹੀਂ ਪਤਾ ਕਿ ਹੈਡ ਆਏਗਾ ਕਿ ਟੇਲ ਆਏਗਾ, ਠੀਕ ਹੈ। ਸੋ ਐਕਸਪੈਰੀਮੈਂਟ ਤਾਂ ਤੁਸੀਂ ਕੀਤਾ ਜੇ ਤਾਂ ਤੁਸੀਂ 100% ਸ਼ੋਰ ਹੋ, ਠੀਕ ਹੈ, ਤਾਂ ਫਿਰ ਤਾਂ ਉਹ ਕੀ ਹੋ ਗਿਆ, ਫਰਸਟ ਵਨ ਹੋ ਗਿਆ, ਅਦਰਵਾਈਜ਼ ਸੈਕੰਡ ਵਨ ਹੋ ਗਿਆ। ਤੇ ਚਲੋ ਅੱਗੇ ਆਪਾਂ ਗੱਲ ਕਰਦੇ ਹਾਂ ਸੈਂਪਲ ਸਪੇਸ ਬਾਰੇ ਕਿ ਸੈਂਪਲ ਸਪੇਸ ਕੀ ਹੁੰਦੀ ਹੈ। ਸੈਂਪਲ ਸਪੇਸ ਆਪਣੇ ਕੋਲ ਕੀ ਹੁੰਦੀ ਹੈ ਜੀ, ਸੈਂਪਲ ਸਪੇਸ ਆਪਣੇ ਕੋਲ ਹੁੰਦੀ ਹੈ ਜਿਹੜੇ ਵੀ ਤੁਹਾਡੇ ਕੋਲ ਪੋਸੀਬਲ ਆਊਟਕਮਸ ਹੈਗੇ ਆ, ਜਿਵੇਂ ਕਿ ਆਪਾਂ ਡਾਈ ਲੈ ਲਿਆ ਹੈ ਨਾ, ਤੁਸੀਂ ਕਿ ਡਾਈ ਨੂੰ ਕੀ ਕਰਦੇ ਹੋ, ਟੋਸ ਕਰਦੇ ਹੋ। ਉਸ ਡਾਈ ਨੂੰ ਟੋਸ ਕਰਨ ਤੋਂ ਬਾਅਦ ਤੁਸੀਂ ਦੇਖਦੇ ਹੋ ਕਿ ਜਾਂ ਤਾਂ ਮੇਰੇ ਕੋਲ ਕੀ ਆ ਸਕਦਾ, 1 ਆ ਸਕਦਾ, ਜਾਂ ਮੇਰੇ ਕੋਲ ਕੀ ਆ ਸਕਦਾ, 2 ਆ ਸਕਦਾ, ਜਾਂ ਮੇਰੇ ਕੋਲ 3 ਆ ਸਕਦਾ, 4 ਆ ਸਕਦਾ, 5 ਆ ਸਕਦਾ, ਜਾਂ 6 ਆ ਸਕਦਾ। ਲੂਡੋ ਖੇਲ ਰਹੇ ਹੋ ਤੁਹਾਨੂੰ 1 2 3 4 5 6 ਦੇ ਵਿੱਚੋਂ ਹੀ ਕੋਈ ਇੱਕ ਨੰਬਰ ਦੇਖਣ ਨੂੰ ਮਿਲੂਗਾ ਰੋਲ ਕਰਨ ਤੋਂ ਬਾਅਦ, ਇਸ ਤੋਂ ਐਕਸਟਰਾ ਕੋਈ ਨੰਬਰ ਦੇਖਣ ਨੂੰ ਨਹੀਂ ਮਿਲੂਗਾ। ਤੇ ਇਹਨਾਂ ਦਾ ਜਿਹੜਾ ਇੱਕ ਸੈੱਟ ਤੁਸੀਂ ਬਣਾ ਦਿੰਦੇ ਹੋ ਉਹ ਆਪਣੇ ਕੋਲ ਕੀ ਹੁੰਦਾ ਹੈ, ਸੈਂਪਲ ਸਪੇਸ ਹੁੰਦਾ, ਉਸ ਨੂੰ ਆਪਾਂ ਐਸ ਨਾਲ ਡਿਨੋਟ ਕਰਦੇ ਹਾਂ। ਤਾਂ ਤੁਸੀਂ ਜੇਕਰ ਇਸ ਨੂੰ ਲਿਖਣਾ ਚਾਹੋ ਦੈਨ ਇਟ ਇਜ਼ ਅ ਵੈਰੀ ਕਾਮਨ ਥਿੰਗ, ਕਲੈਕਸ਼ਨ ਆਫ ਆਲ ਪੋਸੀਬਲ ਆਊਟਕਮਸ, ਠੀਕ ਹੈ ਜੀ। ਆਲ ਪੋਸੀਬਲ ਆਊਟਕਮਸ ਨੂੰ ਆਪਾਂ ਕੀ ਬੋਲਦੇ ਹਾਂ, ਸੈਂਪਲ ਸਪੇਸ ਬੋਲਦੇ ਆ। ਜਿਵੇਂ ਕੋਇਨ ਹੈ, ਕੋਇਨ ਟੋਸ ਕੀਤਾ ਜਾਂ ਤਾਂ ਤੁਹਾਡੇ ਕੋਲ ਹੈਡ ਆ ਸਕਦਾ ਜਾਂ ਤੁਹਾਡੇ ਕੋਲ ਟੇਲ ਆ ਸਕਦਾ, ਤੀਸਰਾ ਕੁਝ ਆ ਹੀ ਨਹੀਂ ਸਕਦਾ, ਠੀਕ ਹੈ। ਤਾਂ ਇਹ ਕੀ ਹੋ ਗਿਆ, ਹੈਡ ਔਰ ਟੇਲ ਹੋ ਗਿਆ। ਕਲੀਅਰ ਹੈ, ਠੀਕ ਹੈ ਜੀ, ਉਮੀਦ ਹੈ ਕਲੀਅਰ ਹੋਊਗਾ। ਹੁਣ ਆਪਾਂ ਕੋਇਨ ਵਾਲੀਆਂ ਸਾਰੀਆਂ ਚੀਜ਼ਾਂ ਡਿਸਕਸ ਕਰ ਲਈਏ। ਨਾਓ ਵੀ ਆਰ ਟਾਕਿੰਗ ਅਬਾਊਟ ਕੋਇਨ, ਕਿਉਂਕਿ ਇੱਕ ਕੋਇਨ ਹੁੰਦਾ, ਠੀਕ ਹੈ, ਜ਼ਿਆਦਾਤਰ ਕੁਐਸਚਨਸ ਹੁੰਦੇ ਆ ਕੋਇਨ ਵਾਸਤੇ, ਡਾਈ ਵਾਸਤੇ, ਜਾਂ ਫਿਰ ਅਗਰ ਆਪਾਂ ਗੱਲ ਕਰੀਏ ਕਾਰਡਸ ਵਾਸਤੇ, ਹੈ ਨਾ। ਤਾਂ ਇਹਨਾਂ ਨੂੰ ਥੋੜਾ ਸਮਝ ਲੈਣੇ ਆ। ਜੇਕਰ ਤੁਸੀਂ ਇੱਕ ਕੋਇਨ ਨੂੰ ਟੋਸ ਕਰਦੇ ਹੋ, ਕੋਇਨ ਦੀ ਹੁਣ ਆਪਾਂ ਇੱਥੇ ਲੈ ਕੇ ਚੱਲ ਰਹੇ ਹਾਂ, ਜਦੋਂ ਤੁਸੀਂ ਇੱਕ ਕੋਇਨ ਨੂੰ ਟੋਸ ਕਰਦੇ ਹੋ ਤਾਂ ਤੁਹਾਡੇ ਕੋਲ ਕੀ ਹੁੰਦਾ, ਵੈਨ 1 ਕੋਇਨ ਇਜ਼ ਟੋਸਟ, ਯੂ ਕੈਨ ਚੈੱਕ, ਤੁਹਾਡੇ ਕੋਲ ਕੋਇਨ ਤਾਂ ਸਭ ਕੋਲ ਹੋਏਗਾ ਹੀ ਹੋਏਗਾ। ਇੱਕ ਕੋਇਨ ਨੂੰ ਚੱਕੋ, ਉਸ ਨੂੰ ਟੋਸ ਕਰੋ, ਤਾਂ ਤੁਹਾਡੇ ਕੋਲ ਸਿਰਫ ਦੋ ਹੀ ਚੀਜ਼ਾਂ ਤੁਹਾਨੂੰ ਪਤਾ ਹੈ, ਜਾਂ ਤਾਂ ਹੈਡ ਆ ਸਕਦਾ ਜਾਂ ਟੇਲ ਆ ਸਕਦਾ। ਤਾਂ ਇਸ ਦੀ ਸੈਂਪਲ ਸਪੇਸ ਮੇਰੇ ਕੋਲ ਕਿੰਨੀ ਬਣ ਗਈ, 2 ਬਣ ਗਈ। ਜੇਕਰ ਮੈਂ ਇਹਦੇ ਵਿੱਚ ਦੇਖਾਂ ਨੰਬਰ ਆਫ ਟੋਟਲ ਕੇਸਿਸ ਕਿੰਨੇ ਹੋ ਗਏ, ਤਾਂ ਟੋਟਲ ਕੇਸਿਸ ਮੇਰੇ ਕੋਲ ਤਾਂ ਸਿਰਫ 2 ਹੀ ਨੇ ਜੀ, ਠੀਕ ਹੈ। ਤਾਂ ਕਿਹੜੇ ਕਿਹੜੇ 2 ਕੇਸਿਸ ਨੇ, ਜਾਂ ਤਾਂ ਹੈਡ ਆਏਗਾ ਜਾਂ ਟੇਲ ਆਏਗਾ, ਇਹਨਾਂ ਦੋਨੋਂ ਤੋਂ ਬਿਨਾਂ ਕੁਝ ਹੋਰ ਨਹੀਂ ਹੋ ਸਕਦਾ। ਬਟ ਜੇ ਮੈਂ 2 ਕੋਇਨ ਟੋਸ ਕਰਾਂ ਫਿਰ ਥੋੜਾ ਚੇਂਜ ਹੋ ਜਾਂਦਾ ਹੈ।
जे मैं 2 कॉइन नू टोस करा तो मैंने इत्थे 2 कॉइन्स इकट्ठे टोस किए। हुण क्योंकि मैंने 2 कॉइन इकट्ठे टोस किए तो मैंने एक गल तो पता लग गई, हो सकता दोनों कॉइन्स उपर हैड आ जाए, ਜਾਂ हो सकता पहले के उपर हैड दूजे के उपर टेल आ जाए, ਜਾਂ हो सकता पहले के उपर टेल दूजे के उपर हैड, या फिर दोनों के उपर ही टेल आ जाए। नो डाउट। तो इत्थे मेरे को टोटल नंबर ऑफ केसिस किन्ने बन गए, नंबर ऑफ टोटल केसिस मैं इत्थे देख पा रही हाँ कि मेरे को इत्थे 2 दी पावर 2 मतलब 4 केसिस बन गए। ठीक है, बट यही जेकर मैं 3 कॉइन टोस करा, फिर जेकर यही मैं 3 कॉइन टोस करा, फिर तो 3 कॉइन टोस करन ते मैं एक एस्टीमेट लगा पा रही हाँ कि इत्थे मेरे को 2 दी पावर 1 सी, इत्थे मेरे को 2 दी पावर 2 है। जे मैं 3 कॉइन टोस करूँगी तो जेडे मेरे को टोटल नंबर ऑफ केसिस बननगे, टोटल नंबर ऑफ केसिस बननगे और मेरे को 2 दी पावर 3 होणगे, मतलब 8 होणगे। ठीक है, तो हुण इस तरीके नाल तुसी ये भी अंदाजा लगा सकते हो कि जेकर तुसी n कॉइन टोस करते हो, ठीक है जी, जो तुसी n कॉइन टोस करते हो दैन इट इज़ वैरी क्लीयर कि उदों तुहाडे कोल टोटल नंबर ऑफ जो केसिस बननगे वो तुहाडे कोल किन्ने बननगे, वो तुहाडे कोल बननगे 2 दी पावर n। तो मतलब जिन्ने कॉइन दिते होए ने उहदे विच जेकर तुसी फाइंड करना चाहते हो कि किन्ने नंबर ऑफ केसिस बननगे और उन्नी ही तुसी 2 दी पावर करके आराम नाल अपने जो क्वेश्चन ने वो सॉल्व कर सकते हो। हुण तुसी कहोगे मैम 3 वाली आउटकम बना के दिखा दो, तो इहदे लई मैं तुहानूं दस रही हां, तुहानूं 3 कॉइन दे देन 4 कॉइन दे देन तो उहदे विच हौली हौली अपने कोल वधदे जांदे ने, तां करके थोड़ा मुश्किल हो जाता बनाना। तो ये एक मैथड नोट कर लो। टोटल देखो तो कोल किन्ने ने 8 कॉइन ने ना, तो किवें बनाओगे 8 ने ना, तो पहला तो एक एक इकल्ला इकल्ला लिख लो, हैड टेल हैड टेल हैड टेल हैड टेल। ठीक है, 4 पेयर्स लिखे हैं मैंने, हैड टेल हैड टेल हैड टेल एंड हैड टेल, एक एक करके लिखे हैं। हुण इत्थे मैंने 2 इकट्ठे कर लेने हैं, हैड हैड टेल टेल हैड हैड टेल एंड टेल। अगले दे विच मैंने 4 दे पेयर बना ले, 4 बारी मैंने इकट्ठा हैड लिख लिया और 4 बारी मैंने इकट्ठा टेल लिख लिया। तो ये जेडे मेरे को बने हैं ना, ये सारे मेरे को की बने हैं, मेरी सैंपल स्पेस के इवेंट्स बने हैं। मतलब मेरे को ये पॉसिबिलिटीज़ हो सकती ने कि मेरे को तीनों हैड आन, मेरे को पहले तो टेल आवे, मेरे को बाकी दोनों हैड आन। इस तरीके नाल तुसी आराम नाल अपनी जो पॉसिबिलिटीज़ ने सैंपल स्पेस दियां वो बना सकते हो। टोटल पॉसिबल आउटकम्स ये मेरे को बननगे टोटल 8। देख लो 8 ही होंगे, 1 2 3 4 5 6 7 8। ठीक है जी, क्लीयर है। तो इस तरीके नाल तुसी अपने जो कॉइन्स ने उन्होंने क्वेश्चनस नूं सॉल्व कर सकते हो। एक ये इदा बन जाता होंगे कि जेकर तुहाडे कोल एग्जैक्टली 3 हैड आन, तो एग्जैक्टली 3 हैड वाले तुहाडे कोल किहड़ा केस बनता है जी, फर्स्ट केस बनता ओनली, तो उहदे विच तां मेरे कोल इक्को ही केस बन गया। जे मैं कहां एट मोस्ट 2 हैड आन, इहदा तां इक्को ही केस बन गया ना। जे मैं कहां एट मोस्ट 2 हैड आन, तो एट मोस्ट 2 हैड का मतलब की हो गया, एट मोस्ट 2 हैड का मतलब हो गया एट मोस्ट ज़्यादा तो ज़्यादा 2 हैड आने चाहिए ने, घट तो घट किन्ने भी आ सकते हैं। मतलब एक हैड भी हो सकता है कोई हैड भी ना होवे, या हो सकता 2 हैड होन, पर उस तो ज़्यादा नहीं होने चाहिए। ज़्यादा तो ज़्यादा 2 हैड होने चाहिए ने, उस तो वध नहीं होने चाहिए, घट तो घट किन्ने भी हो सकते हैं। तो जेकर तुसीं ध्यान नाल देखने की कोशिश करो, ज़्यादा तो ज़्यादा 2 हैड होने चाहिए ने। ठीक है, तो ये मैं देखा ये 3 हैड ने, मैनू तो ज़्यादा तो ज़्यादा 2 चाहिए ने, तो ये ने ज़्यादा तो ज़्यादा 2, ये भी ने, ये भी ने। ठीक है, आ सारे जो भी केसेस बन जाएंगे, ये सारे केसेस मेरे को की बन जाएंगे एट मोस्ट 2 हैड वाले बन जाएंगे, क्योंकि एट मोस्ट 2 हैड का मतलब की हो गया ज़्यादा तो ज़्यादा, मतलब ज़्यादा तो ज़्यादा 2 होन, घट तो घट कोई भी ना होवे, या 1 होवे या 2 होन चल जूगा, बट ज़्यादा तो ज़्यादा 2 होने चाहिए। तो ये किन्ने केसेस बन गए जी, 7 केसेस बन गए। सिर्फ एक केस नहीं आया, किहड़ा केस नहीं आया जिहदे विच तीनों ही हैड ने, मतलब 2 तो ज़्यादा हैड ने। ठीक है, एक हुंदा अपने कोल एटलीस्ट, एटलीस्ट का मतलब की हो गया, हुण जेकर तुहानूं यही कह देन एटलीस्ट 2 हैड, मतलब घट तो घट, एटलीस्ट का मतलब हो गया घट तो घट 2 हैड होने चाहिए, वध तो वध किन्ने भी हो सकते हैं, घट तो घट 2 हैड होने चाहिए हैं, वध तो वध किन्ने भी हो सकते हैं। घट तो घट 2 का मतलब की हो गया कि 2 या 3 हैड हो सकते हैं, उस तो घट नहीं होने चाहिए, है ना। तो 3 हैड हो सकते हैं, 2 हैड हो सकते हैं, बिल्कुल हो सकते हैं। तो आई थिंक सो जस्ट ए वाले केस बन गए 1 2 3 4। तो सिर्फ किन्ने केस बन गए, एटलीस्ट 2 हैड दे 4 केस बन गए। किन्ने बन गए जी, 4 केस बन गए। समझ आ गया ना। तो यही चीज़ें बहुत जरूरी ने, एटलीस्ट एट मोस्ट वाला कॉन्सैप्ट क्लीयर होना जरूरी है। ठीक है, तो ये तो सी कॉइन। हुण कॉइन तो बाद अगर आप गल करिए डाई बारे, हुण देखो डाई या डाइस
ਕਿੱਦਾਂ ਵੀ ਤੁਸੀਂ ਬੋਲ ਸਕਦੇ ਹੋ। ਤਾਂ ਹੁਣ ਇਹਦੇ ਵਿੱਚ ਆਪਣੇ ਕੋਲ ਜੋ ਤੁਸੀਂ ਇੱਕ ਡਾਈ ਨੂੰ ਰੋਲ ਕਰਦੇ ਹੋ, ਵੈਨ 1 ਡਾਈ ਇਜ਼ ਰੋਲਡ, ਠੀਕ ਹੈ। ਤਾਂ ਜਦੋਂ ਇੱਕ ਡਾਈ ਰੋਲ ਕੀਤੀ ਜਾਂਦੀ ਹੈ, ਇਟ ਇਜ਼ ਵੈਰੀ ਕਲੀਅਰ, ਲੂਡੋ ਵਾਲੀ ਡਾਈ ਤੁਸੀਂ ਸਭ ਨੇ ਦੇਖੀ ਹੋਏਗੀ, ਆਈ ਡੋਂਟ ਥਿੰਕ ਸੋ ਕਿ ਕਿਸੇ ਨੂੰ ਨਹੀਂ ਵੀ ਪਤਾ, ਠੀਕ ਹੈ। ਜਦੋਂ ਇੱਕ ਡਾਈ ਰੋਲ ਕੀਤੀ ਜਾਂਦੀ ਹੈ ਤਾਂ ਉਹਦੇ ਵਿੱਚ ਟੋਟਲ ਨੰਬਰ ਆਫ ਕੇਸਿਸ ਕਿੰਨੇ ਬਣ ਜਾਣਗੇ, ਤੁਹਾਨੂੰ ਪਤਾ ਹੈ ਵੀ 6 ਦੇ ਵਿੱਚੋਂ ਕੋਈ ਇੱਕ ਚੀਜ਼ ਆ ਸਕਦੀ ਹੈ, ਠੀਕ ਹੈ। ਤਾਂ ਟੋਟਲ ਨੰਬਰ ਆਫ ਕੇਸਿਸ ਵੀ ਕਿੰਨੇ ਹੋ ਗਏ, 6 ਹੋ ਗਏ। ਤਾਂ ਇਹਦੀ ਸੈਂਪਲ ਸਪੇਸ ਕੀ ਬਣੇਗੀ, ਜਾਂ ਤਾਂ 1 ਆਏਗਾ, ਜਾਂ 2 ਆਏਗਾ, ਜਾਂ 3 ਆਏਗਾ, ਜਾਂ 3 ਆਏਗਾ, ਜਾਂ 4 ਆਏਗਾ, ਜਾਂ 5 ਆਏਗਾ, ਜਾਂ 6 ਆਏਗਾ। ਇਟ ਇਜ਼ ਵੈਰੀ ਕਲੀਅਰ। ਅਗਰ ਤੁਸੀਂ 2 ਡਾਈ ਰੋਲ ਕਰਦੇ ਹੋ ਦੈਨ 2 ਡਾਈਸ, ਹੁਣ ਜਦੋਂ ਇੱਕ ਤੋਂ ਜ਼ਿਆਦਾ ਡਾਈ ਹੋ ਜਾਂਦੀ ਹੈ ਤਾਂ ਤੁਹਾਨੂੰ ਡਾਈਸ ਮਤਲਬ ਪਲੂਰਲ ਹੈ ਉਸਦਾ, ਠੀਕ ਹੈ। ਤਾਂ ਡਾਈਸ ਇਜ਼ ਰੋਲਡ, ਆਰ ਰੋਲਡ, ਸੌਰੀ, ਹਾਂਜੀ। ਤਾਂ ਜਦੋਂ ਇਹ 2 ਰੋਲ ਕੀਤੀਆਂ ਜਾਂਦੀਆਂ ਤਾਂ ਆਪਣੇ ਕੋਲ ਕਿੰਨੇ ਹੋਣਗੇ, ਨੰਬਰ ਆਫ ਕੇਸਿਸ ਮੇਰੇ ਕੋਲ ਕਿੰਨੇ ਹੋਣਗੇ ਜੀ, ਨੰਬਰ ਆਫ ਕੇਸਿਸ ਮੇਰੇ ਕੋਲ ਹੋਣਗੇ 6 ਪਾਵਰ 2 ਵਿਚ ਇਜ਼ ਇਕੁਅਲ ਟੂ 36। ਕੋਇਨ ਵਾਲਾ ਤੇ ਇਹਦੇ ਵਾਲਾ ਬਿਲਕੁਲ ਸੇਮ ਕਨਸੈਪਟ ਹੈ, ਕੋਈ ਵੀ ਫਰਕ ਨਹੀਂ ਹੈਗਾ, ਠੀਕ ਹੈ। ਤਾਂ ਜੇਕਰ ਤੁਹਾਡੇ ਕੋਲ 2 ਆਪਣੇ ਕੋਲ ਪੋਸੀਬਿਲਿਟੀਜ਼ ਨੇ ਤਾਂ 2 ਦੀ ਪਾਵਰ, ਅਗਰ ਆਪਣੇ ਕੋਲ 6 ਪੋਸੀਬਿਲਿਟੀਜ਼ ਨੇ ਤਾਂ 6 ਦੀ ਪਾਵਰ, ਔਰ ਜਿੰਨੀ ਵਾਰੀ ਉਸਨੂੰ ਟੋਸ ਕੀਤਾ ਗਿਆ। ਸਿਮਿਲਰਲੀ ਜੇਕਰ ਤੁਸੀਂ n ਟਾਈਮਸ ਟੋਸ ਕਰਦੇ ਹੋ, ਵੈਨ n ਟਾਈਮਸ ਕੋਇਨ ਜੋ ਹੈ ਉਹ ਟੋਸ ਕੀਤਾ ਜਾਂਦਾ ਤਾਂ ਤੁਹਾਡੇ ਕੋਲ ਕਿੰਨਾ ਆ ਜਾਏਗਾ ਜੀ, ਤੁਹਾਡੇ ਕੋਲ ਆ ਜਾਏਗਾ 6 ਦੀ ਪਾਵਰ n, ਠੀਕ ਹੈ। ਤਾਂ ਹੁਣ ਜੇਕਰ ਆਪਾਂ 2 ਵਾਲੇ ਨੂੰ ਦੇਖੀਏ, 2 ਵਾਲੇ ਦੇ ਵਿੱਚ ਮੇਰੇ ਕੋਲ 36 ਆਊਟਕਮਸ ਬਣ ਗਏ। ਤਾਂ 2 ਵਾਲੇ ਦੇ ਵਿੱਚ ਜਿਹੜੀ ਸੈਂਪਲ ਸਪੇਸ ਬਣੇਗੀ ਉਹ ਸੈਂਪਲ ਸਪੇਸ ਕਿੱਦਾਂ ਬਣੇਗੀ, ਹੋ ਸਕਦਾ ਤੁਹਾਡੇ ਕੋਲ ਦੋਨੋਂ 1 1 ਹੋਣ, 1 ਦੇ ਨਾਲ 2 ਵੀ ਆ ਸਕਦਾ, 1 ਦੇ ਨਾਲ 3 ਵੀ ਆ ਸਕਦਾ, 1 ਦੇ ਨਾਲ 4 ਵੀ ਆ ਸਕਦਾ, 1 ਦੇ ਨਾਲ 5 ਵੀ ਆ ਸਕਦਾ, ਔਰ 1 ਦੇ ਨਾਲ 6 ਵੀ ਆ ਸਕਦਾ, ਠੀਕ ਹੈ। ਸਿਮਿਲਰਲੀ 2 1 ਹੋ ਸਕਦਾ। ਇਹ ਸਾਰੀਆਂ ਪੋਸੀਬਿਲਿਟੀਜ਼ ਬਣਦੀਆਂ ਨੇ, ਤੁਹਾਨੂੰ ਸਭ ਨੂੰ ਪਤਾ ਹੈ, ਬਟ ਸਟਿਲ ਇੱਕ ਵਾਰੀ ਇਸ ਨੂੰ ਕਵਰ ਕਰਨਾ ਜ਼ਰੂਰੀ ਹੈ। ਸੋ ਇੱਕ ਵਾਰੀ ਆਪਾਂ ਇਸ ਨੂੰ ਕਵਰ ਕਰ ਵੀ ਰਹੇ ਹਾਂ, ਠੀਕ ਹੈ ਜੀ। 3 1 ਹੋ ਸਕਦੀ ਹੈ, 3 2 ਹੋ ਸਕਦੀ ਹੈ, 3 3 ਹੋ ਸਕਦੀ ਹੈ, 3 4 ਹੋ ਸਕਦੀ ਹੈ, ਠੀਕ ਹੈ ਜੀ। 3 5 ਐਂਡ 3 6, ਠੀਕ ਹੈ ਜੀ। ਸਿਮਿਲਰਲੀ ਹੋ ਸਕਦੀ ਹੈ 4 1 4 2 4 3 4 4 4 5 4 ਐਂਡ 6 ਹੋ ਸਕਦਾ। ਤੁਹਾਡੇ ਕੋਲ ਫਸਟ ਜਾਈ ਦੇ ਉੱਪਰ 5 ਆਵੇ, ਠੀਕ ਹੈ ਜੀ। 5 2 ਹੋ ਸਕਦੀ ਹੈ, 5 3 ਹੋ ਸਕਦੀ ਹੈ, 5 ਦੇ ਨਾਲ 4 ਆ ਸਕਦਾ ਹੈ, 5 ਦੇ ਨਾਲ 5 ਵੀ ਆ ਸਕਦਾ ਹੈ, ਔਰ 5 ਦੇ ਨਾਲ 6 ਵੀ ਆ ਸਕਦਾ ਹੈ। ਸਿਮਿਲਰਲੀ 6 ਦੇ ਨਾਲ 1, 6 ਦੇ ਨਾਲ 2, 6 ਦੇ ਨਾਲ 3, 6 ਦੇ ਨਾਲ 4 5 ਐਂਡ ਦੋਨੋਂ ਹੀ 6 ਨੇ ਜੋ ਉਹ ਆ ਸਕਦੇ ਨੇ। ਇਹ ਟੋਟਲ ਤੁਹਾਡੀ ਸੈਂਪਲ ਸਪੇਸ ਬਣਦੀ ਹੈ ਜਿਹਦੇ ਵਿੱਚ 36 ਇਵੈਂਟ ਤੁਹਾਨੂੰ ਨਜ਼ਰ ਆ ਰਹੇ ਹੋਣਗੇ, ਠੀਕ ਹੈ। ਤਾਂ ਇਹਦੇ ਵਿੱਚ ਆਪਣੇ ਕੋਲੇ ਮੇਨ ਇਹਦੇ ਵਿੱਚ ਮੈਂ ਤੁਹਾਨੂੰ ਦੱਸਣ ਦੀ ਕਿਤੇ ਨਾ ਕਿਤੇ ਇਹ ਵੀ ਕੋਸ਼ਿਸ਼ ਕਰ ਰਹੀ ਹਾਂ ਕਿ ਜਿਹੜੇ ਇਹਦੇ ਵਿੱਚ ਤੁਸੀਂ ਆ ਦੇਖੋਗੇ, ਆਪਾਂ ਨੂੰ ਕੁਐਸਚਨਸ ਕਿੱਦਾਂ ਦੇ ਬਣਦੇ ਆ, ਆਪਾਂ ਨੂੰ ਕੁਐਸਚਨਸ ਬਣਦੇ ਆ ਕਿ ਤੁਹਾਡੇ ਕੋਲ ਸਮ ਕਰਕੇ 2 ਬਣੇ। ਤਾਂ ਮੇਰੇ ਕੋਲ ਸਿਰਫ ਇਦਾਂ ਦਾ ਇੱਕੋ ਹੀ ਕੇਸ ਹੈ ਜਿਹਦੇ ਵਿੱਚ ਜੇਕਰ ਮੈਂ ਸਮ ਕਰਾਂ ਤਾਂ ਮੇਰੇ ਕੋਲ 2 ਬਣੇ, 1 ਐਂਡ 1, ਠੀਕ ਹੈ। ਤੇ ਜੇਕਰ 2 ਡਾਈਸ ਥਰੋ ਕਰਨ ਤੇ ਤੁਹਾਨੂੰ ਕਹਿ ਦੇਣ ਵੀ ਸਮ 3 ਬਣੇ ਤਾਂ ਮੇਰੇ ਕੋਲ ਇਦਾਂ ਦੇ ਕਿੰਨੇ ਨੇ, 2 ਨੇ, ਕਿਉਂਕਿ ਸਿਰਫ ਇਹਨਾਂ ਦੋਨਾਂ ਦਾ ਸਮ ਕਰਕੇ ਹੀ ਮੇਰੇ ਕੋਲ 3 ਬਣੇਗਾ, ਸਿਰਫ ਇਹਨਾਂ ਦਾ ਸਮ ਕਰਕੇ ਹੀ ਮੇਰੇ ਕੋਲ ਕਿੰਨਾ ਬਣੇਗਾ 4, ਸਿਰਫ ਇਹਨਾਂ ਦਾ ਸਮ ਕਰਕੇ ਹੀ ਮੇਰੇ ਕੋਲ ਕਿੰਨਾ ਬਣੇਗਾ 5, ਠੀਕ ਹੈ ਜੀ। ਇਹਨਾਂ ਦਾ ਸਮ ਕਰਕੇ ਮੇਰੇ ਕੋਲ ਕਿੰਨਾ ਬਣੇਗਾ 6 ਬਣੇਗਾ, ਇਹਨਾਂ ਦਾ ਸਮ ਕਰੋਗੇ ਤਾਂ ਮੇਰੇ ਕੋਲ ਕਿੰਨਾ ਬਣੇਗਾ 7 ਬਣੇਗਾ, ਇਹਨਾਂ ਦਾ ਸਮ ਕਰੋਗੇ ਤਾਂ ਮੇਰੇ ਕੋਲ ਕਿੰਨਾ ਬਣੇਗਾ ਜੀ 8 ਬਣੇਗਾ, ਠੀਕ ਹੈ। ਇਹਨਾਂ ਦਾ ਸਮ ਕਰੋਗੇ ਤਾਂ ਮੇਰੇ ਕੋਲ ਕਿੰਨਾ ਬਣ ਜਾਏਗਾ 9, ਇਹਨਾਂ ਦਾ ਸਮ ਕਰੋਗੇ ਤਾਂ ਮੇਰੇ ਕੋਲ ਕਿੰਨਾ ਬਣ ਜਾਏਗਾ 10, ਇਹਨਾਂ ਦਾ ਕਰੋਗੇ 11 12। ਤਾਂ ਜ਼ਿਆਦਾਤਰ 2 ਡਾਈਸ ਸੁੱਟਣ ਦੇ ਉੱਪਰ ਦੋਨੋਂ ਡਾਈਸ ਦਾ ਐਡ ਕਰਕੇ ਘੱਟ ਤੋਂ ਘੱਟ ਤੁਹਾਡੇ ਕੋਲ 2 ਬਣ ਸਕਦਾ ਹੈ, ਠੀਕ ਹੈ। ਇੱਥੇ 2 ਕਰ ਲਓ, ਘੱਟ ਤੋਂ ਘੱਟ ਤੁਹਾਡੇ ਕੋਲ 2 ਬਣ ਸਕਦਾ ਹੈ, ਔਰ ਵੱਧ ਤੋਂ ਵੱਧ ਤੁਹਾਡੇ ਕੋਲ 12 ਬਣ ਸਕਦਾ ਹੈ। ਸੋ ਇਦਾਂ ਦੇ ਕੁਐਸਚਨਸ ਆ ਸਕਦੇ ਨੇ, ਤਾਂ ਕਰਕੇ ਇਸ ਨੂੰ ਡਿਫਾਈਨ ਕਰਨਾ ਜ਼ਰੂਰੀ ਲੱਗਿਆ ਮੈਨੂੰ, ਠੀਕ ਹੈ। ਇਸ ਤੋਂ ਬਾਅਦ ਆਪਣੇ ਕੋਲ ਆ ਜਾਂਦੇ ਨੇ ਕਾਰਡਸ। ਕਾਰਡਸ ਬਾਰੇ ਇਨਫੋਰਮੇਸ਼ਨ ਹੋਣੀ ਜ਼ਰੂਰੀ ਹੈ, ਠੀਕ ਹੈ, ਜਿਸ ਨੂੰ ਤਾਂਸ਼ ਬੋਲਦੇ ਆ ਆਪਾਂ, ਕਿਸੇ ਨਾ ਕਿਸੇ ਨੇ ਬਚਪਨ ਦੇ ਵਿੱਚ ਜ਼ਰੂਰ ਖੇਲਿਆ ਹੋਏਗਾ, ਠੀਕ ਹੈ। ਤਾਂ ਹੁਣ ਜੇਕਰ ਆਪਾਂ ਤਾਂਸ਼ ਦੀ ਗੱਲ ਕਰੀਏ, ਟੋਟਲ ਮੇਰੇ ਕੋਲ ਇੱਕ ਉਸ ਨੂੰ ਆਪਾਂ ਡਿਕ ਬੋਲ ਦਿੰਦੇ ਆ, ਡਿਕ ਆਫ ਕਾਰਡਸ, ਠੀਕ ਹੈ, ਜਾਂ ਇੱਕ ਪੈਕ ਆਫ ਕਾਰਡਸ, ਠੀਕ ਹੈ ਜੀ, ਠੀਕ ਹੈ ਜੀ। ਔਰ ਇਸ ਦੇ ਵਿੱਚ ਆਪਣੇ ਕੋਲ ਟੋਟਲ ਕਿੰਨੇ ਕਾਰਡਸ ਹੁੰਦੇ ਨੇ 52 ਕਾਰਡਸ ਹੁੰਦੇ ਨੇ, ਠੀਕ ਹੈ। ਤਾਂ ਟੋਟਲ ਨੰਬਰ ਆਫ ਕਾਰਡਸ ਕਿੰਨੇ ਹੁੰਦੇ ਨੇ 52 ਕਾਰਡਸ ਹੁੰਦੇ ਨੇ। ਆਪਣੇ ਕੋਲ ਜੋ ਤਾਂਸ਼ ਹੈ ਉਸ ਦੇ ਵਿੱਚ ਹੁੰਦੇ ਨੇ 52 ਕਾਰਡਸ। ਇਹਨੂੰ ਅੱਗੇ 2 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੁੰਦਾ, ਜਿਹਦੇ ਵਿੱਚੋਂ ਹਾਫ ਕਾਰਡਸ ਕੀ ਹੁੰਦੇ ਨੇ ਰੈੱਡ ਕਲਰ ਦੇ ਹੁੰਦੇ ਨੇ, ਹਾਫ ਕਾਰਡਸ ਕੀ ਹੁੰਦੇ ਨੇ ਬਲੈਕ ਕਲਰ ਦੇ ਹੁੰਦੇ ਨੇ, ਕਲੀਅਰ ਹੈ। ਹੁਣ ਜਿਹੜੇ ਹਾਫ ਕਾਰਡਸ ਰੈੱਡ ਕਲਰ ਦੇ ਹੁੰਦੇ ਨੇ ਉਹ ਗਿਣਤੀ ਦੇ ਵਿੱਚ ਕਿੰਨੇ ਹੋਣਗੇ, ਕਾਮਨ ਸੈਂਸ 26 ਹੋਣਗੇ। ਬਲੈਕ ਕਲਰ ਦੇ ਕਾਰਡਸ ਵੀ ਕਿੰਨੇ ਹੋਣਗੇ 26 ਹੋਣਗੇ, ਠੀਕ ਹੈ। ਤਾਂ ਹੁਣ ਜੇਕਰ ਇਹਦੇ ਵਿੱਚ ਧਿਆਨ ਰੱਖਿਆ ਜਾਵੇ ਨੰਬਰ ਆਫ ਸੂਟਸ ਮੇਰੇ ਕੋਲ ਕਿੰਨੇ ਹੁੰਦੇ ਨੇ, ਮਤਲਬ ਇਹਦੇ ਵਿੱਚ ਹੋਰ ਕਿੰਨੇ ਕੁ ਆਪਾਂ ਕਹਿ ਦਿੰਦੇ ਆ ਕਲੱਬ ਹੁੰਦਾ, ਹਾਰਟ ਹੁੰਦਾ ਹੈ ਨਾ। ਤਾਂ ਨੰਬਰ ਆਫ ਸੂਟਸ ਮੇਰੇ ਕੋਲ 4 ਹੁੰਦੇ ਨੇ। ਕਿਹੜੇ ਕਿਹੜੇ
ਇੱਕ ਸਪੇਡ ਹੁੰਦਾ, ਸੌਰੀ ਬਟ ਮੈਨੂੰ ਪੰਜਾਬੀ ਦੇ ਵਿੱਚ ਨਹੀਂ ਪਤਾ। ਇੱਕ ਆਪਣੇ ਕੋਲ ਹਾਰਟ ਹੁੰਦਾ, ਬੇਗਮ ਨਹੀਂ ਚਿੜੀ ਸਮਥਿੰਗ ਕੁਛ ਇੱਦਾਂ ਕਹਿੰਦੇ ਹੁੰਦੇ ਆ, ਹੁਕਮ ਹੈ ਨਾ। ਤਾਂ ਇੱਕ ਆਪਣੇ ਕੋਲ ਹੁੰਦਾ ਹੈ ਜੀ ਕਲੱਬ, ਠੀਕ ਹੈ, ਵੈਸੇ ਵੀ ਇੰਗਲਿਸ਼ ਯਾਦ ਰੱਖ ਲਓ, ਜ਼ਿਆਦਾ ਮਾਈਂਡ ਦੇ ਵਿੱਚ ਕਲੀਅਰ ਰਹਿੰਦਾ। ਇੱਕ ਹੁੰਦਾ ਹੈ ਡਾਇਮੰਡ। ਇਹਨਾਂ ਸਭ ਦੇ ਕਿੰਨੇ ਕਿੰਨੇ ਹੋਣਗੇ? ਇਹਨਾਂ ਸਭ ਦੇ ਆਪਣੇ ਕੋਲ 13 ਕਾਰਡਸ ਹੁੰਦੇ ਨੇ, ਠੀਕ ਹੈ। ਇਹਨਾਂ ਸਭ ਦੇ ਆਪਣੇ ਕੋਲ ਕਿੰਨੇ ਕਿੰਨੇ ਕਾਰਡਸ ਹੁੰਦੇ ਨੇ? 13 ਕਾਰਡਸ ਹੁੰਦੇ ਨੇ, ਠੀਕ ਹੈ। ਤਾਂ ਟੋਟਲ 52 ਹੁੰਦੇ ਨੇ, ਜਿਸ ਚੋਂ 26 ਰੈੱਡ ਹੁੰਦੇ ਨੇ, 26 ਬਲੈਕ ਹੁੰਦੇ ਨੇ। ਉਹਦੇ ਵਿੱਚ ਅੱਗੇ 13 ਕਾਰਡ ਦੀ ਡਿਸਟ੍ਰੀਬਿਊਸ਼ਨ ਹੁੰਦੀ ਆ, ਚਾਰ ਹੀ ਸੂਟਸ ਹੁੰਦੇ ਨੇ ਆਪਣੇ ਕੋਲ, ਠੀਕ ਹੈ। ਤਾਂ ਇਹਦੇ ਵਿੱਚ ਇੱਕ ਆਪਣੇ ਕੋਲ ਆ ਜਾਂਦੇ ਨੇ ਆਨਰ ਕਾਰਡਸ। ਹੁਣ ਆਨਰ ਕਾਰਡਸ ਕਿਹੜੇ ਹੁੰਦੇ ਨੇ? ਇੱਕ ਤਾਂ ਹੁੰਦੀ ਹੈ ਜੀ ਏਸ, ਯਾਦ ਕਰੋ ਜਿਹਨੂੰ ਆਪਾਂ 1 ਲੈ ਲੈਂਦੇ ਆ, 1 ਦਾ ਕਾਰਡ ਨਹੀਂ ਹੁੰਦਾ, ਏ ਦਾ ਕਾਰਡ ਹੁੰਦਾ, ਉਸ ਤੋਂ ਬਾਅਦ ਸਿੱਧਾ 2 ਆਉਂਦਾ ਹੈ ਨਾ, ਤੇ ਉਹਨੂੰ ਆਪਾਂ ਏਸ ਬੋਲਦੇ ਆ। ਏਸ ਦੇ ਕਿੰਨੇ ਕਾਰਡਸ ਹੁੰਦੇ ਨੇ? 4 ਕਾਰਡਸ ਹੁੰਦੇ ਨੇ, 2 ਰੈੱਡ 2 ਬਲੈਕ ਹੈ ਨਾ, ਇੱਕ ਸਪੇਡ ਦਾ, ਇੱਕ ਹਾਰਟ ਦਾ, ਇੱਕ ਜੈਕ ਦਾ, ਸੌਰੀ ਜੈਕ ਹੈਗੀ, ਇੱਕ ਕਲੱਬ ਦਾ, ਇੱਕ ਡਾਇਮੰਡ ਦਾ, ਠੀਕ ਹੈ। ਤੇ ਇੱਕ ਹੁੰਦਾ ਜੀ ਆਪਣੇ ਕੋਲ ਜੈਕ, ਇਹਦੇ ਵੀ 4 ਕਾਰਡਸ ਹੁੰਦੇ ਨੇ, ਜਿਹਨੂੰ ਜੇ ਬੋਲਦੇ ਆ ਆਪਾਂ। ਇੱਕ ਹੁੰਦਾ ਕੁਈਨ, ਇਹਦੇ ਵੀ 4 ਕਾਰਡਸ ਹੁੰਦੇ ਨੇ, ਕਿਊਬ ਬਣੀ ਹੋਈ ਹੁੰਦੀ ਹੈ। ਇੱਕ ਹੁੰਦਾ ਕਿੰਗ, ਇਹਦੇ ਵੀ 4 ਕਾਰਡਸ ਹੁੰਦੇ ਨੇ, ਕੇ ਬਣਿਆ ਹੋਇਆ ਹੁੰਦਾ, ਸਭ ਦੇ 4 ਕਾਰਡਸ ਹੁੰਦੇ ਨੇ। ਤੇ ਇਹ ਜਿਹੜੇ 4 ਕਾਰਡਸ ਨੇ ਟੋਟਲ ਗਿਣਤੀ ਦੇ ਵਿੱਚ ਕਿੰਨੇ ਹੋ ਗਏ? ਟੋਟਲ ਇਹ 12 ਕਾਰਡਸ ਹੋ ਗਏ, ਹੈ ਨਾ, ਸੌਰੀ ਟੋਟਲ ਇਹ 16 ਕਾਰਡਸ ਹੋ ਗਏ। ਤਾਂ ਇਹ 16 ਕਾਰਡਸ ਕਿਹੜੇ ਹੁੰਦੇ ਨੇ? ਆਨਰ ਕਾਰਡਸ ਹੁੰਦੇ ਨੇ, ਠੀਕ ਹੈ। ਇੱਕ ਆਪਣੇ ਕੋਲ ਹੁੰਦੇ ਨੇ ਜੀ ਫੇਸ ਕਾਰਡ। ਹਾਂ, 2 ਆਪਣੇ ਕੋਲ ਰੈੱਡ ਹੁੰਦੇ ਆ ਸਾਰੇ, 2 ਬਲੈਕ ਹੁੰਦੇ ਆ, 2 ਇਸ ਰੈੱਡ ਹੋਣਗੇ, 2 ਬਲੈਕ ਹੋਣਗੇ, ਇੱਕ ਸਭ ਦਾ ਹੁੰਦਾ ਹੈ, ਠੀਕ ਹੈ। ਤਾਂ ਅਗਰ ਆਪਾਂ ਗੱਲ ਕਰੀਏ ਫੇਸ ਕਾਰਡ ਜਿਨ੍ਹਾਂ ਦੇ ਉੱਪਰ ਫੇਸ ਬਣਿਆ ਹੋਇਆ, then very clear कि सिर्फ जैक, क्वीन एंड किंग ही ने जो फेस कार्ड होंगे ने, एस के उपर फेस नहीं बनया होंगे। एस इज अ ऑनर कार्ड बट इट इज नॉट अ फेस कार्ड, ठीक है। सो अपने को टोटल फेस कार्ड किन्ने होंगे ने जी? 12 होंगे ने, जिहदे 4 जैक, जिहदे 2 रैड 2 ब्लैक होंगे ने, क्वीन के भी 4 होंगे ने, 2 रैड 2 ब्लैक, और किंग के भी 4 होंगे ने, 2 रैड 2 ब्लैक, ठीक है। सो टोटल नंबर ऑफ नंबर कार्ड्स किन्ने होंगे ने? नंबर कार्ड्स दे विच देखो, तुसी अपने सोच के देखो, 4 तो अपने सारे दे विचों कढ दिते ने, तो पिछे जिहड़े 36 कार्ड बने वो अपने कोल किहड़े हो गए? नंबर कार्ड हो गए। नंबर कार्ड किहड़े हो गए? जिहदे उपर 2 3 4 5 6 7 8 9 10 इस तरीके नाल बनया होया हुंदा है, ठीक है। तो ये सी थोड़ी इन्फॉर्मेशन बिल्कुल ही बेसिक, सारा कुछ बेसिक ये मैं रखा, ठीक है। कोशिश की कि जिहड़ियां चीज़ां तुहानूं नहीं क्लीयर, वो क्लीयर हो जान। रियलिटी दे विच टॉपिक तो नैक्सट वीडियो दे विच शुरू होएगा, उस वीडियो दे विच आपां डिस्कस करांगे इवेंट की हुंदा है, रिजल्ट की हुंदे ने, प्रोबेबिलिटी कित्थों तो कित्थे तक हो सकती है ना, सारियां जिहियां इन चीज़ां होणगियां जिहड़ियां उहदे विच डिस्कस कीतियां जाणगियां। जेकर तुहानूं क्लास पसंद आई दैन डोंट फॉरगेट टू लाइक, शेयर एंड सबसक्राइब। थैंक यू।